परम शांति ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਮਾਂ ਬਾਪੂ ਜੀ ਦੇ YouTube ਚੈਨਲ पर। इस चैनल पर जितने भी वीडियोज़ रखे ਹਨ ਉਹਨਾਂ ਦੇ ओरिजिनल लिंक इंडिया ਵਿੱਚ डिस्क्रिप्शन बॉक्स 'ਚ ਰੱਖੇ ਹਨ। ਬਾਪੂ ਜੀ ਗੱਲ ਕਰਾਂ ਤੇ परम शांति हर वार 4 युगां च भगवान विष्णु दे अवतार होंदे, क्योंकि ब्रह्मांड च ब्रह्मा जी द्वारा सर्जन, विष्णु जी द्वारा पालना और शंकर जी द्वारा विनाश होंदा। तो जितने भी चतुर्युग होंदे कदी भी जिस टाइम धर्म गलानी दा टाइम होंदा उस टाइम भगवान विष्णु दे अवतार होंदे धरतिया पर। जिस टाइम धरती पर अवतार होंदे सतयुग, त्रेता, द्वापर, कलयुग। सतयुग च भी असुर आई जांदे पताल लोके ते धरती पर, फिर अधम कर दे अधर्म दूर करने वास्ते भगवान विष्णु दे अवतार होंदे रहंदे। हर चतुर्युग च होंदे ही रहंदे। मगर एक गल याद रखा, कदी भी कोई भी चतुर्युग हूबहू रिपीट नहीं होंदा। नहीं तां वीके वालियां दा ज्ञान आई आना कि 5000 सालां दा वर्ल्ड ड्रामा हूबहू रिपीट होंदा। तां 4 युग च जो होंदा ਉਹ ਹੂਬਹੂ ਰਿਪੀਟ ਹੁੰਦਾ ਹੀ ਨਹੀਂ। ਕਹਿ ਹੁੰਦਾ ਉਹ ਮੈਂ ਤੁਹਾਨੂੰ ਦੱਸਦਾ ਹੈ। ਜਿਸ ਟਾਈਮ ਕਲਯੁਗ ਦੇ ਅੰਤ 'ਚ ਭਗਵਾਨ ਸ਼ੰਕਰ ਦੁਆਰਾ ਵਿਨਾਸ਼ ਹੁੰਦਾ ਤਾਂ ਕੁਤੀ ਭਗਵਾਨ ਸ਼ੰਕਰ ਅਗਨੀ ਜਲਾਈ ਦਿੰਦੇ, ਕੁਤੀ ਜਲ ਪ੍ਰਲੇ ਹੁੰਦਾ, ਕੁਤੀ ਅਰਥਕਵਿਕ ਹੁੰਦਾ। ਪ੍ਰਕਿਰਤੀ ਦੇ ਪੰਜੋ ਤੱਤਵ ਇਤਨੇ ਤਮੋ ਪ੍ਰਧਾਨ ਹੋਈ ਜਾਂਦੇ ਕਿ ਸਭ ਕੁਝ ਭਸਮ ਕਰੀ ਦਿੰਦੇ। ਮੁਸ਼ਕਿਲਾਂ ਕਰਨੇ ਥੋੜੀ ਕੁਝ ਹਜ਼ਾਰ ਆਤਮਾएं बचियां दियां धरती पर। फिर यो औला औला प्रकृति दा प्रकोप दिखी कन्ने परमात्मा जो याद करीने परमात्मा च लवलीन हो जांदे। फिर ही उन्हें साक्षात्कार होंदा। फिर ही उन्हें बचाना मतलब बीज दे तौर पर मनुष्य बची जांदे, कुछ जानवर बची जांदे। जियां भगवान विष्णु नाव लेने आउंदे और धरती पर जेड़े बीज हैं उन्हें बचाई लेंदे। फिर दोबारा उन्हें बीजा करने इस सतयुग च थोड़ी थोड़ी पब्लिक आउंदी। जिस टाइम सतयुग शुरू होंदा जेड़ियां आत्माएं चली गईयां तां पूरे 4 युग च पहले जेड़े सतयुग, त्रेता, द्वापर, कलयुग च जेड़ियां आत्माएं थियां ਉਹ ਆਤਮਾएं ਕੁੱਤੀ ਗਈਆਂ। ਚਾਹੇ ਜਾਨਵਰਾਂ ਦੀਆਂ ਆਤਮਾएं ਹੋਣ, ਚਾਹੇ ਕੀੜੇ ਮਕੌੜੇ ਵਾਲੀਆਂ ਹੋਣ, ਚਾਹੇ ਕੋਈ ਵੀ ਆਤਮਾएं ਹੋਣ, 84 ਲੱਖ ਯੋਨੀ ਦੀਆਂ ਕੋਈ ਵੀ ਆਤਮਾएं, ਉਹ ਆਤਮਾएं ਵੀ ਸੂਖਸ਼ਮ ਚ ਚਲੀਆਂ ਜਾਂਦੀਆਂ। ਉਹ ਆਤਮਾएं ਅਤੀ ਸੂਖਸ਼ਮ ਚ ਰਹਿੰਦੀਆਂ। ਮਗਰ ਸਤਯੁਗ ਦਾ ਵਾਯੂਮੰਡਲ ਹੌਲਾ ਹੌਲਾ ਇੱਕਦਮ ਚੇਂਜ ਹੁੰਦਾ। ਉਹਨਾਂ ਆਤਮਾ ਦੇ ਅੰਦਰ ਤਮੋ ਪ੍ਰਧਾਨਤਾ ਰਹੀ ਜਾਂਦੀ ਥੋੜੀ ਥੋੜੀ, ਤਾਂ ਉਹ ਆਤਮਾएं ਵੀ ਵਾਯੂਮੰਡਲ ਦੇ ਅੰਦਰ ਰਹਿੰਦੀਆਂ ਸਤੋ ਪ੍ਰਧਾਨ ਬਣੀ ਜਾਂਦੀਆਂ। ਜਿਹੀਆਂ ਸਤਯੁਗ ਹੈ 17 ਲੱਖ 28 ਹਜ਼ਾਰ ਸਾਲਾਂ ਦਾ, ਜਿਹੜੇ ਪਹਿਲੇ 5 ਲੱਖ ਸਾਲ ਹੁੰਦੇ ਉਸ ਵਿੱਚ ਇਤਨਾ ਸਤੋ ਪ੍ਰਧਾਨ ਵਾਯੂਮੰਡਲ ਹੁੰਦਾ। ਉਸ ਵਿੱਚ ਕਿਸੇ ਦੀ ਵੀ ਨੈਗੇਟਿਵਿਟੀ ਚਲਦੀ ਨਹੀਂ, ਸਾਰਾ ਇੱਕਦਮ ਪੋਜ਼ਿਟਿਵਿਟੀ ਹੁੰਦੀ। ਇਹ ਜਿਹੜੇ ਅਸੁਰ ਹੁੰਦੇ ਇਹ ਸਤਯੁਗ ਦੇ ਅੰਤ ਚ ਧਰਤੀ ਪਰ ਆਉਂਦੇ, ਉਹਨਾਂ ਦੀ ਥੋੜੀ ਨੈਗੇਟਿਵਿਟੀ ਚਲਦੀ। ਉਸ ਟਾਈਮ ਭਗਵਾਨ ਵਿਸ਼ਨੂੰ ਦੇ ਅਵਤਾਰ ਹੁੰਦੇ। ਮਗਰ ਭਗਵਾਨ ਵਿਸ਼ਨੂੰ ਦੇ ਅਵਤਾਰ ਹਰ ਵਾਰ ਹੂਬਹੂ ਰਿਪੀਟ ਹੁੰਦੇ। ਇੰਨਾ ਨਹੀਂ ਹੁੰਦਾ। ਭਗਵਾਨ ਵਿਸ਼ਨੂੰ ਹੈ ਉਹ ਬਾਰ-ਬਾਰ ਅਧਰਮੇ ਦਾ ਜਿਹੜਾ ਯੁੱਧ ਹੈ ਉਹਦਾ ਕੰਮ ਹੈ ਅਧਰਮੇ ਦਾ ਵਿਨਾਸ਼ ਕਰਨਾ, ਅਧਰਮੀਆਂ ਦਾ ਵਿਨਾਸ਼ ਕਰਨਾ, ਰਾਵਣਾ ਦਾ ਵਿਨਾਸ਼ ਕਰਨਾ, ਪਾਪੀਆਂ ਦਾ ਵਿਨਾਸ਼ ਕਰਨਾ, ਪਾਪਾਂ ਦਾ ਵਿਨਾਸ਼ ਕਰਨਾ। ਉਸ ਵਾਸਤੇ ਭਗਵਾਨ ਵਿਸ਼ਨੂੰ ਦੇ ਅਵਤਾਰ ਹੁੰਦੇ। ਇਹ ਭਗਵਾਨ ਵਿਸ਼ਨੂੰ ਜੀ ਦੀ ਡਿਊਟੀ ਹੈ। ਉਹ ਪਾਲਨਹਾਰ ਹਨ, ਉਹ ਬ੍ਰਹਮਾਂਡ ਦੇ ਪਾਲਨਹਾਰ ਹਨ। ਜਿਸ ਟਾਈਮ ਭੂਲੋਕ, ਭਵੁਰਲੋਕ, ਸਵਰਗਲੋਕ ਤਿੰਨਾਂ ਲੋਕਾਂ 'ਚ ਵੀ ਬੜਾ ਪਾਪ ਬੜੀ ਜਾਂਦਾ, ਜਿਸ ਟਾਈਮ ਇੰਦਰਲੋਕ 'ਚ ਵੀ ਦੇਵਤਿਆਂ ਦਾ ਪਾਪ ਬੜੀ ਜਾਂਦਾ, ਤਾਂ ਕਲਪ ਪ੍ਰਲੇ 'ਚ ਵੀ ਭਗਵਾਨ ਵਿਸ਼ਨੂੰ ਸੂਰਜ 'ਚ ਪ੍ਰਵੇਸ਼ ਕਰੀਨੇ ਪੂਰੇ ਥੱਲੇ ਦੇ 7 ਪਤਾਲ ਲੋਕ, ਧਰਤੀ, ਮਿੱਟੀ ਸਭ ਕੁਝ ਜਿਵੇਂ ਜਲ ਹੈ ਉਸ ਜੋ ਵੀ ਜਲਾਈ ਨੇ ਭਸਮ ਕਰੀ ਦਿੰਦੇ। ਦੇਵਤਾ ਵੀ ਭਸਮ ਹੋਈ ਜਾਂਦੇ, ਉਹਨਾਂ ਦੀ ਆਤਮਾ ਕੁੱਤੂ ਜਾਂਦੀ। ਉਹਨਾਂ ਦੀ ਆਤਮਾ ਅਗਨੀ ਤੱਤਵ ਚ ਰਹੀ ਨੇ। ਉਹ ਆਤਮਾ ਇੱਕਦਮ ਨਿਰਾਕਾਰ ਬਣੀ ਜਾਂਦੀ। ਪਰਮ ਅਗਨੀ ਦੇ ਅੰਦਰ ਆਤਮਾ ਪਰਮ ਅਗਨੀ ਦੀ ਹੈ ਜਾਂ ਪਰਮ ਪ੍ਰਕਾਸ਼ ਦੀ ਹੈ ਜਾਂ ਪਰਮ ਲਾਈਟ ਦੀ ਹੈ, ਪਰਮ ਪ੍ਰਕਾਸ਼ ਦੀ ਹੈ। ਪਰਮ ਤੱਤਵਾਂ ਦੇ ਅੰਦਰ ਆਤਮਾ ਨਿਰਾਕਾਰੀ ਬਣੀ ਹੈ। ਜਿਹੜੀਆਂ ਨਿਰਾਕਾਰੀ ਆਤਮਾएं ਹਨ ਉਹਨਾਂ ਨੂੰ ਅਗਨੀ ਤੱਤਵ ਜਲਾਈ ਨਹੀਂ ਸਕਦਾ। ਇਸ ਲਈ ਜਿਹੜੀਆਂ ਆਤਮਾएं ਹਨ ਉਹ ਨਿਰਾਕਾਰੀ ਰੂਪ ਵਿੱਚ ਵਾਯੂਮੰਡਲ 'ਚ ਰਹਿੰਦੀਆਂ, ਤਿੰਨਾਂ ਹੀ ਲੋਕਾਂ 'ਚ ਰਹਿੰਦੀਆਂ, ਜਾਂ ਪਤਾਲ ਲੋਕ 'ਚ ਵੀ ਰਹਿੰਦੀਆਂ, ਕੁੱਤੀ ਵੀ ਰਹਿੰਦੀਆਂ, ਜਾਂ ਉੱਪਰ ਦੀਆਂ ਲੋਕਾਂ 'ਚ ਵੀ ਜਾਈ ਸਕਦੀਆਂ, ਮਹਾਲੋਕ 'ਚ ਵੀ ਜਾਈ ਸਕਦੀਆਂ, ਜਾਂ ਉੱਪਰ ਦੀਆਂ ਲੋਕਾਂ 'ਚ ਵੀ ਜਾਈ ਸਕਦੀਆਂ। ਆਤਮਾ ਨਿਰਾਕਾਰੀ ਬਣੀ ਹੈ, ਪਰਮ ਤੱਤਵਾਂ ਦੀ ਹੈ, ਤਾਂ ਉਹ ਉੱਪਰ ਦੇ ਲੋਕ, ਮਹਾਲੋਕ, ਜਨਲੋਕ, ਤਪਲੋਕ, ਸਤਯਲੋਕ, ਬ੍ਰਹਮਾਪੁਰੀ, ਵਿਸ਼ਨੂਪੁਰੀ, ਸ਼ਿਵਪੁਰੀ तक जा सकते हैं। और अगर निराकार हैं तो परमधाम तक भी जा सकते हैं। और कई आत्माएं तो ऊपर भी चलिया जांदियां। फिर ही बाद जो आत्माएं थल्ले नहीं होंदियां। ਜਿਹੜੀਆਂ ਆਤਮਾएं ਦੁਨੀਆ ਬ੍ਰਹਮਾਂਡਾਂ ਤੇ ਆਈਆਂ ਉਹ ਤਾਂ ਚਲੀਆਂ ਜਾਂਦੀਆਂ ਵਾਪੇ। ਕਈ ਵਾਰ ਦੇ ਬੜੇ ਬੜੇ ਅਸੁਰ ਹੁੰਦੇ ਉਹ ਜਿਹੜੇ ਦੂਏ ਬ੍ਰਹਮਾਂਡਾਂ ਤੇ ਆਈਆਂ ਪਾਵਰਫੁਲ ਆਤਮਾएं ਹੁੰਦੀਆਂ। ਕੋਈ ਗੈਲੈਕਸੀਆ ਤੇ ਆਇਆ, ਕੋਈ ਯੂਨੀਵਰਸ ਤੇ ਆਇਆ, ਉਹ ਇੱਥੇ ਆਈ ਨੇ ਅਸੁਰ ਬਣੀ ਜਾਂਦੇ। ਉਹਨਾਂ ਪਰ ਆਵਰਣ ਚੜੀ ਜਾਂਦੇ। ਆਤਮਾ ਪਾਵਰਫੁਲ ਹੈ, 20 ਕਲਾ ਦੀ ਹੈ ਆਤਮਾ। ਮਗਰ ਇਸ ਟਾਈਮ ਆਤਮਾ ਇੱਕ ਕਲਾ ਦੇ ਬ੍ਰਹਮਾਂਡੇ ਚ ਆਈ ਗਈ ਹੋ ਔਰ ਉਹ 20 ਕਲਾ ਵਾਲੀ ਆਤਮਾ ਅਸੁਰ ਬਣੀ ਗਈ ਹੋ। ਜਿਹੜਾ ਵਾਯੂਮੰਡਲ ਚ ਆਵਰਣ ਹੈ ਉਹ
ਆਤਮਾ ਦੇ ਉੱਪਰ ਅਸੁਰ ਬ੍ਰਿਤੀ ਦਾ ਆਵਰਣ ਚੜੀ ਗਿਆ ਤਾਂ ਉਹ ਵੱਡੇ ਤੇ ਵੱਡਾ ਅਸੁਰ ਬਣਦਾ। ਮਗਰ ਕਲਪ ਪ੍ਰਲੇ ਦੇ ਸਮੇਂ ਪਰ ਉਸ ਪਰ ਅਗਨੀ ਤੱਤਵ ਦਾ ਪ੍ਰਕੋਪ ਹੁੰਦਾ। ਅਗਨੀ ਜਲਾਈ ਦਿੰਦੀ, ਉਸ ਦੇ ਸਥੂਲ ਸਰੀਰ ਔਰ ਸੂਖਸ਼ਮ ਸਰੀਰ ਵੀ ਜਲਾਉਂਦੀ। ਫਿਰ ਆਤਮਾ ਦੁਖੀ ਹੁੰਦੀ ਔਰ ਨਿਰਾਕਾਰੀ ਬਣੀ ਆਂਦੀ। ਜਿਸ ਟਾਈਮ ਉਹ ਆਤਮਾ ਨਿਰਾਕਾਰੀ ਬਣਦੀ ਤਾਂ ਉਹ ਆਪਣਾ ਅਸਲੀ ਰੂਪ ਧਾਰਨ ਕਰ ਲੈਂਦੀ। ਫਿਰ ਉੱਪਰੇ ਦੀਆਂ ਲੋਕਾਂ 'ਚ ਚਲੀ ਜਾਂਦੀ। ਫਿਰ ਪਰਮ ਧਾਮ 'ਚ ਜਾਂਦੀ। ਪਤਾ ਲੱਗਦਾ ਕਿ ਮੈਂ ਤਾਂ ਇੱਥੇ ਦਾ ਹੈ ਹੀ ਨਹੀਂ, ਚਲਾ ਨੱਠਾ ਇੱਥੋਂ ਤੇ। ਤਾਂ ਉਹ ਜਿੱਥੋਂ ਤੇ ਆਈਓ ਦੂਜਾ ਗੈਲੈਕਸੀਆ ਤੇ ਯੂਨੀਵਰਸ ਤੇ ਗ੍ਰੇਟ ਯੂਨੀਵਰਸ ਤੇ ਉੱਥੇ ਚਲੀ ਜਾਂਦੀ। ਜਿਹੜੇ ਉਹਦੇ ਕੰਨੇ ਆਏ ਉਹ ਸਾਥੀ ਹੁੰਦੇ ਉਹ ਵੀ ਪਰਮ ਧਾਮ 'ਚ ਉਹਦਾ ਇੰਤਜ਼ਾਰ ਕਰਦੇ ਕਿ ਕੱਲ ਨੂੰ ਕਲਪ ਪ੍ਰਲੇ ਹੋਵੇ ਤਾਂ ਜਿਹੜਾ ਸਾਡਾ ਸਾਥੀ ਵਿਛੜੀ ਹੈ ਉਸ ਆਉਣਾ, ਕਲਪ ਪ੍ਰਲੇ 'ਚ ਉਸ ਆਉਣਾ ਜ਼ਰੂਰ। ਕਿਉਂਕਿ ਕਲਪ ਪ੍ਰਲੇ 'ਚ ਭਗਵਾਨ ਵਿਸ਼ਨੂੰ सूर्य च प्रवेश करीने बाहरे सूर्य दी रोशनी करीने पूरे ब्रह्मांडे जो स्वर्ग लोक तक जलाई देंदे। उसी टाइम पर जेड़ी आत्मा सेम असुर हुंदी उस जो मारने वास्ते भगवान विष्णु अवतार लेना पौंदा। वो असुर तां दूए ग्रेट यूनिवर्स ते आया था, वो तां चला गया। हुण एक असुर जो मारने वास्ते सेम अवतार थोड़ी आउणा, वो सेम टू सेम अवतार थोड़ी हुंदा चतुर्युग। इत्थे काफी अच्छियां आत्माएं फसियां न, चाहे देवता स्वर्गलोक चों होन या गंधर्व किन्नर यक्ष, वो भी अच्छियां आत्माएं फसियां न। मनुष्य अवतार च भी फसे हो और पताल लोक च भी फसे हो। कल्प प्रलय दे टाइम पर सारियां आत्मा दे उपर जेड़े आवरण ਹਨ अग्नि सारियां दे आवरण जो हटाई दिंदी, तपांदी। आत्मा अग्नि ते बचने वास्ते निराकारी बनी आंदी और परम तत्व इमर्ज होंदे। उदी आत्मा निराकारी बनी ने उदे आवरण च केवल परम तत्व रहिंदा और परम तत्व बचांदा, उस जो सारा ज्ञान होई जांदा। फिर औला उपरे दियां लोकां च चली जांदी। ਜਿਹੜੀਆਂ ਕਾਫੀ ਆਤਮਾएं ਹਨ ਉਹ ਤਪਦੀਆਂ, ਫਿਰ ਉਹ ਮਹਾਲੋਕ ਜਨਲੋਕ ਤਪਲੋਕ ਔਰ ਉਪਰੇ ਦੀਆਂ ਲੋਕਾਂ 'ਚ ਚਲੀਆਂ ਜਾਂਦੀਆਂ। ਕਈ ਆਤਮਾएं ਤਾਂ ਪਰਮਧਾਮ ਤੱਕ ਚਲੀਆਂ ਜਾਂਦੀਆਂ। ਜਿਹੜੀਆਂ ਆਤਮਾएं ਜਿੱਥੋਂ ਤੇ ਆਈਆਂ ਉੱਥੇ ਚਲੀਆਂ ਜਾਂਦੀਆਂ, ਉਹਨਾਂ ਦਾ ਰੋਲ ਤਾਂ ਰਹਿੰਦਾ ਹੀ ਨਹੀਂ। ਫਿਰ ਉਹਨਾਂ ਦਾ ਰੋਲ ਜਬ ਰਿਹਾ ਹੀ ਨਹੀਂ, ਫਿਰ ਹੂਬਹੂ ਕੁੱਤੇ ਹੋਣਾ। ਉਹ ਮਹਾ ਬੜੇ असुर ਤਾਂ ਚਲੇ ਗਏ। 20 ਕਲਾ ਵਾਲੇ, 15 ਕਲਾ ਵਾਲੇ, 12 ਕਲਾ ਵਾਲੇ असुर ਚਲੇ ਗਏ। ਉਹਨਾਂ ਨੂੰ ਗਿਆਨ ਹੋਈ ਗਿਆ ਕਿ ਅਸਾਂ ਤਾਂ ਇੱਥੋਂ ਦੇ ਆਨੀ ਨਹੀਂ, ਚਲਾ ਨੱਠਾ ਇੱਥੋਂ ਤੇ। ਆਹ ਤਾਂ ਫਸੀ ਗਏ ਥੇ, असुर बनी गए थे। असुर वृत्ति दे आवरण च आह फंसी गए थे, पताल लोक च चले गए थे, चला इत्थू ते। फिर असुर ही नहीं रहे। भगवान विष्णु दा उन्हें मारने वास्ते अवतार नहीं होना। अगर छोटा असुर होगा तो भगवान विष्णु भी छोटा अवतार लें। जेड़ा ये 4 युग दा बल ड्रामा है, ये कदी भी हूबहू रिपीट नहीं होंदा। कल्प प्रलय दे समय पर काफी आत्माएं चलियां जांदियां, अर्ध प्रलय च भी जांदियां, प्रलय च भी चलियां जांदियां। प्रलय च तां कोई मनुष्य बचदा ही नहीं। जिस टाइम मनवंतर पूरा हुंदा, मतलब 71 अर्ध प्रलय इस जो एक मनवंतर बोलदे, जिस टाइम एक मनवंतर हुंदा तां कोई भी मनुष्य सृष्टि नहीं रहिंदी, एक भी मनुष्य नहीं बचदा। नौवीं सृष्टि बनदी मनवंतर च। इयां ही धरती पर भी हूबहू 4 युग नहीं हुंदे, ना हूबहू मनवंतर हुंदे, ना मनु सतरूपा हूबहू हुंदे। मनु सतरूपा भी बदली आंदे। जेड़े 14 मनवंतरां 14 मनु सतरूपा हुंदे ਉਹ ਬਦਲੀ ਆਂਦੇ। ਹਰ ਮਨਵੰਤਰੇ ਚ ਉਪਰੇ ਤੇ ਜਿਹੜੇ ਰਿਸ਼ੀ ਮੁਨੀ ਉਪਰੇ ਤੇ ਆਉਂਦੇ, ਜਿਹੜੇ ਉਪਰੇ ਤੇ ਸਪਤ ਰਿਸ਼ੀ ਆਉਂਦੇ, ਉਹ ਉਪਰੇ ਦੇ 7 ਸਟਾਰ ਹਨ। 7 ਸਟਾਰਾਂ ਤੇ ਜਿਹੜੇ ਸਪਤ ਰਿਸ਼ੀ ਆਉਂਦੇ ਉਹ ਵੀ ਬਦਲੀ ਆਂਦੇ। ਦੂਗੇ ਆਉਂਦੇ ਫਿਰ ਚਲੇ ਆਂਦੇ, ਫਿਰ ਦੂਗੇ ਆਉਂਦੇ ਫਿਰ ਤ੍ਰੀਏ ਆਉਂਦੇ। ਇਆਂ ਹੁੰਦਾ ਰਹਿੰਦਾ। ਹਰ ਮਨਵੰਤਰ ਚ ਅਲੱਗ-ਅਲੱਗ ਰਿਸ਼ੀ ਆਉਂਦੇ, ਇਸ ਲਈ ਸਭ ਕੁਝ ਨਵਾਂ ਹੁੰਦਾ। ਚਾਹੇ ਮਨਵੰਤਰ ਹੋਵੇ ਚਾਹੇ ਯੁਗਾਂਤਰ ਹੋਵੇ, ਤਾਂ ਇਹ सब कुछ एकदम नया खेल हुंदा। इवन महाकाल प्रलय च भी जिस टाइम निराकार ब्रह्म, निराकार भगवान शिव सूर्य च प्रवेश करीने काल अग्नि पैदा करीने पूरे ब्रह्मांडे जलाईने भस्म करी दिंदे। वो आत्माएं भी एकदम खत्म हो जांदियां। जिस टाइम दोबारा वो विसर्जन ते सर्जन करदा तां वो आत्माएं भी नवीं होंदियां, वो पुराणियां वालियां आत्माएं नहीं होंदियां। ना ही तां उन्हां विच रिकॉर्डिंग हुंदा। ब्रह्मांड दा ड्रामा हूब रिपीट नहीं हुंदा, ना महाब्रह्मांड दा ड्रामा हूब रिपीट हुंदा। महाकाल प्रलय च महाशिव महाकाल बनी ने अनंत कोटि ब्रह्मांडां जो अपनी महाकाल अग्नि च जलाई ने भस्म करी अपने रोमे रोमे च समाई लैंदे। मतलब जेड़ी परम लाइट हुंदी महापरम धाम च, उदे अंदर सारे शिव वापिस आई आंदे और परम लाइट च सारे डाइल्यूट हो जांदे, एक लाइट बनी आंदी। इयां सागर दे अंदर बूंद पौंदी तां बूंद दा अस्तित्व नहीं रहिंदा। इयां ही महाकाल प्रलय च महापरम धाम च सारे शिव एकदम डाइल्यूट हो जांदे, उन्हां दा अस्तित्व नहीं रहिंदा, कुछ भी नहीं रहता। फिर दोबारा जिस टाइम महाशिव एक संकल्प करीने अनेक शिव पैदा कर दे, उस टाइम नए शिव होंदे, नया ब्रह्मांड होंदा, सब कुछ नया होंदा।
ਇੰਨੇ ਹੀ ਪਰਮ ਮਹਾਸ਼ਿਵ ਵੀ ਜਿਸ ਟਾਈਮ ਪੂਰਾ ਯੂਨੀਵਰਸ ਬਾਈਂਡ ਅਪ ਕਰੀ ਲੈਂਦੇ ਉਹਨਾਂ ਦੇ ਅੰਦਰ ਸਭ ਕੁਝ ਪਰਮ ਲਾਈਟ ਚ ਡਾਇਲੂਟ ਹੋ ਜਾਂਦਾ। ਸਾਰੇ ਦੇ ਸਾਰੇ ਮਹਾਸ਼ਿਵ ਪਰਮ ਮਹਾਸ਼ਿਵ ਚ ਮਤਲਬ ਪਰਮ ਮਹਾਬ੍ਰਹਮਾਂਡ ਚ ਲਾਈਟਾਂ ਚ ਡਾਇਲੂਟ ਹੋ ਜਾਂਦੇ। ਮਹਾਸ਼ਿਵ ਵੀ ਕੁਝ ਨਹੀਂ ਬਚਦੇ, ਉਹਨਾਂ ਦਾ ਵੀ ਅਸਤਿਤਵ ਨਹੀਂ ਰਹਿੰਦਾ। ਫਿਰ ਇਹ ਨਵਾਂ ਜਿਹੜਾ ਪਰਮ ਮਹਾਬ੍ਰਹਮਾਂਡ ਪਰਮ ਮਹਾਸ਼ਿਵ ਬਣਾਉਂਦੇ, ਉਹ ਨੌਵੇਂ ਮਹਾਸ਼ਿਵ ਬਣਾਉਂਦੇ, ਨੌਵੇਂ ਮਹਾਬ੍ਰਹਮਾਂਡ ਬਣਾਉਂਦੇ। ਸਭ ਕੁਝ ਨਵਾਂ ਹੁੰਦਾ, ਚਾਹੇ ब्रह्मांड होए, चाहे महाब्रह्मांड होए, चाहे परम महाब्रह्मांड होए, चाहे मल्टीवर्स होए। जिस टाइम विसर्जन होंदा है लाइटा च परम लाइटा च सब कुछ एकदम डाइल्यूट हो जांदा। फिर दोबारा जिस टाइम सर्जन करदे एकदम नवा फ्रेश ड्रामा होंदा, सब कुछ नवा होंदा। फिर जिस टाइम तक ये ड्रामा दा राज पूरा बेहद दा ड्रामे दा राज समझा च ना होए, सर्जन विसर्जन समझा च ना होए। जिस टाइम परम धाम च होंदे तां 21 सैकेंड च सारा ड्रामा ब्रह्मा जी दा 100 साल होई आए परम धाम च। ਉਹ ਤਾਂ ਇੱਕ ਕਲਾ ਦਾ ਪਰਮ ਧਾਮ ਹੈ, 2 ਸੈਕਿੰਡ ਹੀ ਹੁੰਦੀ। ਮਹਾਸ਼ਿਵ ਦੀ ਤਾਂ ਇੱਕ ਪਲ ਹੁੰਦੀ ਔਰ ਸ਼ਿਵ ਦੀ 2 ਪਲ ਹੁੰਦੀ। ਪਰਮ ਧਾਮ ਚ ਰਿਹਾ ਤਾਂ ਇੱਕ ਪਲ ਚ 100 ਸਾਲ ਸਮਾਪਤ ਹੋ ਜਾਂਦੇ ਤੇ ਜਿਹੜੀ ਦੂਈ ਪਲ ਹੁੰਦੀ ਉਸ ਵਿੱਚ ਉਹ ਵਿਸਰਜਨ ਕਰੀ ਲੈਂਦੇ। ਇਸ ਲਈ ਪ੍ਰਤੀ ਪਲ ਅਨੰਤ ਬ੍ਰਹਮਾਂਡ ਬਣਦੇ ਵਿਗੜਦੇ। ਉਹਦਾ ਰਾਜ ਸਮਝਣਾ, ਬੁੱਧੀਆ ਚਲਾਉਣਾ ਇਹ ਬਹੁਤ ਵੱਡੀ ਗੱਲ ਹੈ। ਜਿਸ ਟਾਈਮ ਇਹ ਗੱਲ ਸਮਝਾ ਚ ਆਈ ਆਏ ਤਾਂ ਹੀ ਇਹ ਬ੍ਰਹਮ ਗਿਆਨ ਸਮਝਾ ਚ ਆਉਣਾ। ਬ੍ਰਹਮ ਗਿਆਨ ਮਤਲਬ ਬ੍ਰਹਮਾਂਡ ਦਾ ਆਦਿ ਮੱਧੇ ਅੰਤ ਤੱਕ ਦਾ ਗਿਆਨ, ਸਾਰੇ ਬ੍ਰਹਮਾਂਡ ਦਾ ਗਿਆਨ। ਇਸ ਲਈ ਸ਼ਾਸਤਰਾਂ ਚ ਤਾਂ ਮੇਰੇ ਹਿਸਾਬੇ ਗੰਨਾ ਇਹ ਸਭ ਕੁਝ ਤਾਂ ਇੱਕ ਆਟੇ ਚ ਨਮਕੇ ਜਿਤਨੀ ਸਚਾਈ ਹੈ। ਬਾਕੀ ਸਾਰੇ ਬੜੇ ਗੱਪ ਗਪੋੜੇ ਲਗਾਈ ਤੇ ਪਹਿਲੇ ਪਰਾਦੇ ਦੀਆਂ ਗੱਲਾਂ ਲਗਾਈ ਤੀਆਂ। ਪਹਿਲੇ ਪਰਾਦੇ ਚ ਜਿਹੜੀਆਂ ਸਾਰੀਆਂ ਚੀਜ਼ਾਂ ਥੀਆਂ ਸਤਯੁਗ ਜਾਂ ਤ੍ਰੇਤਾ ਚ ਜੋ ਵੀ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਅੱਜ ਦੇ ਕਲਯੁਗ ਚ ਮਨੁੱਖ ਸੋਚੀ ਵੀ ਨਹੀਂ ਸਕਦਾ, ਕਿਉਂਕਿ ਸਤਯੁਗ ਚ ਸਭ ਕੁਝ ਸੁਣਨੇ ਸਾਈਆਂ ਥਾ। ਆਤਮਾ ਦੀ ਸਟੇਜ ਵੀ ਸੁਣਨੇ ਸਾਈਆਂ ਹੁੰਦੀ। ਕਲਯੁਗ ਚ ਆਉਂਦੇ ਆਉਂਦੇ ਆਤਮਾएं ਲੋਹੇ ਸਾਈਆਂ ਬਣੀਆਂ ਦੀਆਂ। ਧਰਤੀ ਪਰ ਵੀ ਲੋਹਾ ਬਣੀ ਆਂਦਾ, ਸੋਨੇ ਦਾ ਅਸਤਿਤਵ ਘੱਟ ਹੁੰਦਾ। ਤਾਂ ਇਹ ਸਾਰੀਆਂ ਸਮਝਣ ਵਾਲੀਆਂ ਗੱਲਾਂ ਨੇ। ਪੂਰਾ ਸਮੇਂ ਔਰ ਤੱਤਵ ਪਰਿਵਰਤਨ, ਤੱਤਵਾਂ ਤੇ ਪਰਮ ਤੱਤਵ, ਸਥੂਲ ਬਤਨ, ਸੂਖਸ਼ਮ ਬਤਨ, ਪਰਮ ਧਾਮ, ਇਹ ਤਿੰਨੇ ਧਾਮਾਂ ਦੀਆਂ ਗੱਲਾਂ ਬ੍ਰਹਮਾਂਡ ਚ ਰਹੀ ਨੇ ਸਮਝਣਾ। ਔਰ ਫਿਰ ਅਰਧ ਪ੍ਰਲੇ, ਪ੍ਰਲੇ, ਕਲਪ ਪ੍ਰਲੇ, ਮਹਾਕਲਪ ਪ੍ਰਲੇ, ਮਹਾਕਾਲ ਪ੍ਰਲੇ, ਇਹਨਾਂ ਗੱਲਾਂ ਨੂੰ ਸਮਝਣਾ। ਬੁੱਧੀਆ ਕਰਨੇ ਇੱਕਦਮ ਹੂਬਹੂ ਆਤਮ ਸਰੂਪ ਚ ਬੈਠੀ ਕਰਨੇ ਹੂਬਹੂ ਸਭ ਇਮਰਜ ਕਰ ਗਏ ਤਾਂ ਇਮਰਜ ਹੋਈ ਆਣਾ। ਫਿਰ ਬੁੱਧੀਏ ਚ ਬੈਠਣਾ, ਇੱਕਦਮ ਗਿਆਨ ਬੁੱਧੀਏ ਚ ਬੈਠੀ ਆਣਾ। ਇਸ ਲਈ ਗਿਆਨ ਜੋ ਜੀਵਨ ਚ ਧਾਰਨ ਕਰਨਾ, ਇਹਨਾਂ ਸਾਰੀਆਂ ਚੀਜ਼ਾਂ ਜੋ ਜੀਵਨ ਚ ਧਾਰਨ ਕਰ ਗਏ ਹੂਬਹੂ ਦਿਖਾਈ ਦੇਣਾ। ਇਸ ਲਈ ਗਿਆਨ ਜੋ ਜੀਵਨ ਚ ਧਾਰਨ ਕਰਨਾ, ਗਿਆਨ ਸਰੂਪ ਬਣਨਾ, ਇਹ ਸਭ ਕੁਝ ਸਮਝਾ ਚਾਹੀਏ ਆਣਾ। परम शांति शांति सोचो बोलो परम शांति। Join us daily for our morning live meditation, Monday to Saturday, 5:30 to 6:30 a.m. Join us daily for live meditation, 10 p.m. to 11 p.m. on YouTube Live. Subscribe now. Website www.paramshanti.org. Email us anand@paramshanti.org. Like, share, subscribe. Join today. बेहद की शांति।